ਵਾਹਿਗੁਰੂ 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 ਵਾਹਿਗੁਰੂ। ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾਂ। ਰਾਖ ਲਿਏ ਆਪਣੇ ਜਨ ਆਪ, ਕਰ ਕਿਰਪਾ ਹਰ ਹਰ ਨਾਮ ਦੀਨੋ। ਬਿਨਸ ਗਏ ਸਭ ਸੋਗ ਸੰਤਾਪ, ਰਾਖ ਲਿਏ ਆਪਣੇ ਜਨ ਆਪ। ਕਰ ਕਿਰਪਾ ਹਰ ਹਰ ਨਾਮ ਦੀਨੋ। ਬਿਨਸ ਗਏ ਸਭ ਸੋਗ ਸੰਤਾਪ, ਰਹਾਉ। ਗੁਣ ਗੋਵਿੰਦ ਗਾਵਹੁ ਸਭ ਹਰ ਜਨ, ਰਾਗ ਰਤਨ ਰਸਨਾ ਆਲਾਪ। ਕੋਟ ਜਨਮ ਕੀ ਤ੍ਰਿਸ਼ਨਾ ਨਿਵਰੀ, ਰਾਮ ਰਸਾਇਣ ਆਤਮ ਤ੍ਰਾਪ। ਚਰਨ ਗਹੇ ਸਰਣ ਸੁਖ ਦਾਤੇ, ਗੁਰ ਕੈ ਬਚਨ ਜਪੇ ਹਰ ਜਾਪ। ਸਾਗਰ ਤਰੇ ਭਰਮ ਭੈ ਬਿਨਸੇ, ਕਹੋ ਨਾਨਕ ਠਾਕੁਰ ਪਰਤਾਪ। ਚਰਨ ਗਹੇ ਸਰਣ ਸੁਖ ਦਾਤੇ, ਗੁਰ ਕੈ ਬਚਨ ਜਪੇ ਹਰ ਜਾਪ। ਸਾਗਰ ਤਰੇ ਭਰਮ ਭੈ ਬਿਨਸੇ, ਕਹੋ ਨਾਨਕ ਠਾਕੁਰ ਪਰਤਾਪ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗ ਜੁਗ ਟਲ ਦਇਆ ਮਿਆ ਦੇ ਭੰਡਾਰ, ਗੁਣਾ ਦੇ ਨਿਧ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਮੁਬਾਰਕ ਹਜ਼ੂਰੀ ਵਿੱਚ ਸ਼ੁਭਾਇਮਾਨ ਸਤਸੰਗੀ ਜਨੋ, ਵੱਡੇ ਭਾਗਾਂ ਵਾਲੇ ਹੋ, ਜੋ ਭਾਵਨਾ ਨਾਲ ਪ੍ਰੇਮ ਦੇ ਨਾਲ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਜੁੜੇ ਹੋਏ ਭਾਈ ਨੰਦ ਲਾਲ ਸਿੰਘ ਜੀ, ਉਹਨਾਂ ਨੇ ਇੱਕ ਬੜੀ ਪਿਆਰੀ ਫਾਰਸੀ ਦੀ ਗਜ਼ਲ ਫਰਮਾਈ। ਹੇ ਗੁਰੂ ਰਾਮਦਾਸ ਪਾਤਸ਼ਾਹ ਜੀਓ, ਤੁਸੀਂ ਸਮੁੱਚੀ ਲੋਕਾਈ ਦੀ ਕੀਓ ਪੂੰਜੀ। ਪੂੰਜੀ ਕਿਹਨੂੰ ਕਹਿੰਦੇ? ਖਜ਼ਾਨੇ ਨੂੰ। ਗੁਰੂ ਰਾਮਦਾਸ ਆਮਤਾ ਉਲਵਰਾ। ਹੇ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀਓ, ਸਮੁੱਚਾ ਖਜ਼ਾਨਾ ਆਪ ਜੀ ਦੇ ਪਾਸ ਹੈ। ਸਮੁੱਚੀਆਂ ਸੰਗਤਾਂ ਰੋਜ਼ਾਨਾ ਗੁਰੂ ਕੇ ਪਿਆਰੇ ਇਸ ਖਜ਼ਾਨੇ ਦੇ ਵਿੱਚੋਂ ਜੋ ਚਾਹੁੰਦੇ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰ ਤੋਂ ਮੰਗ ਕੇ ਲਿਜਾਂਦੇ। ਜਹਾਂ ਬਾਨ ਕਲੀਮ ਸਿਦਕੋ ਸਫਾ। ਹੇ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀਓ, ਤੁਸੀਂ ਬਖਸ਼ਿਸ਼ਾਂ ਕਰਨ ਵਾਲੇ ਹੋ, ਮਹਿਰਾਮਤਾਂ ਕਰਨ ਵਾਲੇ ਹੋ। ਆਪ ਜੀ ਸਿਰ ਤੇ ਮਹਿਰਾਮਤ ਭਰਿਆ ਹੱਥ ਰੱਖਦੇ ਹੋ।
ਬੜੇ ਵੱਡੇ ਹੋ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਆਪ। ਛੁਟਕਤ ਪ੍ਰਵਾਹ ਅਮੈ ਅਮਰਾ ਪਦ ਅੰਮ੍ਰਿਤ ਸਰੋਵਰ ਸਦ ਭਰਿਆ ਭੱਟ ਸਾਹਿਬਾਨ ਜੀ। ਰਾਮਦਾਸ ਪਾਤਸ਼ਾਹ ਜੀਓ ਚੌਥੇ ਪਾਤਸ਼ਾਹ ਜੀਓ ਆਪ ਜੀ ਦਾ ਅੰਮ੍ਰਿਤਮਈ ਸਰੋਵਰ ਰੋਜ਼ਾਨਾ ਇੱਥੇ ਅੰਮ੍ਰਿਤਮਈ ਚਸ਼ਮੇ ਫੁੱਟਦੇ ਨੇ ਤੇ ਪੀਵੇਂ ਸੰਤ ਕਰੈ ਮਨ ਮੱਜਨ। ਤੇ ਰੋਜ਼ਾਨਾ ਗੁਰਮੁਖ ਪਿਆਰੇ ਕੀ ਕਰਦੇ? ਇਸ਼ਨਾਨ ਕਰਦੇ, ਜਲ ਛਕਦੇ। ਪੁੱਬ ਦਾ ਅਰਥ ਹੈ ਪਿਛਲੇ ਜਨਮਾਂ ਦੀ ਘਾਲਣਾ। ਜਿਨ੍ਹੋਂ ਸੇਵਾ ਕਰੀਆ, ਇਹ ਮਹਾਰਾਜ ਜੀ ਜਿਨ੍ਹਾਂ ਦੇ ਭਾਗ ਜਾਗੇ ਉਹਨਾਂ ਨੇ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਇੱਥੇ ਆ ਕੇ ਸੇਵਾ ਕੀਤੀ। ਉਹਨਾਂ ਨੇ ਆ ਕੇ ਆਪ ਜੀ ਦੇ ਚਰਨ ਪਰਸੇ ਨੇ। ਸਾਹਿਬ ਜੀ ਜਿਨ੍ਹਾਂ ਦੇ ਭਾਗ ਜਾਗੇ ਤਿਨ ਭਉ ਨਿਵਾਰ। ਮਹਾਰਾਜ ਜੀ ਕੀ ਕਰਦੇ ਹਨ? ਜਿੱਥੇ ਆਪਾਂ ਸਾਰੇ ਜੁੜੇ ਹੋਏ ਰੋਜ਼ਾਨਾ ਲੱਖਾਂ ਦੀ ਤਾਦਾਦ ਦੇ ਵਿੱਚ ਸੰਗਤਾਂ ਆਉਂਦੀਆਂ ਹਨ। ਤਿਨ ਭਉ ਨਿਵਾਰ ਅਨਭਉ ਪਦ ਦੀਨਾ। ਸਾਹਿਬ ਜੀ ਸਾਰੇ ਡਰਾਂ ਨੂੰ ਖਤਮ ਕਰ ਦਿੰਦੇ। ਸ਼ਬਦ ਮਾਤਰ ਤੇ ਉਦਰ ਧਰੇ। ਗੁਰੂ ਰਾਮਦਾਸ ਪਾਤਸ਼ਾਹ ਜੀ ਆਪਣੇ ਅੰਮ੍ਰਿਤਮਈ ਸ਼ਬਦ ਦੇ ਰਾਹੀਂ ਸਾਡਾ ਕੀ ਕਰਦੇ? ਉਧਾਰ। ਅੰਮ੍ਰਿਤਮਈ ਕੀਰਤਨ, ਅੰਮ੍ਰਿਤਮਈ ਕਥਾ, ਅੰਮ੍ਰਿਤਮਈ ਬਾਣੀ। ਸਾਹਿਬ ਜੀ ਸ਼ਬਦ ਮਾਤਰ ਤੇ ਉਦਰ ਧਰੇ। ਤੁਸੀਂ ਕਿਰਪਾ ਕਰਕੇ ਸਾਡਾ ਸਾਰਿਆਂ ਦਾ ਉਧਾਰ ਕਰਦੇ ਹੋ। ਰੋਜ਼ਾਨਾ ਦੀ ਤਰ੍ਹਾਂ ਅੱਜ ਦੇ ਪਾਵਨ ਪਵਿੱਤਰ ਸ਼੍ਰੀ ਮੁਖਵਾਕ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੀਆਂ ਬਖਸ਼ਿਸ਼ਾਂ ਜੋ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੋਂ ਸ਼੍ਰੀ ਦਰਬਾਰ ਸਾਹਿਬ ਤੋਂ ਅੱਜ ਦੇ ਪਾਵਨ ਪਵਿੱਤਰ ਹੁਕਮਨਾਮੇ ਆਏ ਹਨ। ਆਓ ਸਾਰੇ ਕਰੀਏ ਮਨ ਬਿਰਤੀਆਂ ਇਕਾਗਰ, ਕਰੀਏ ਰਸਨਾ ਨੂੰ ਪਵਿੱਤਰ। ਜਿਤਨੇ ਵੀ ਆਪਾਂ ਜੁੜੇ ਹੋਏ ਹਾਂ ਭਾਵੇਂ ਮੀਡੀਆ ਕਰਕੇ ਬੁਲਾਈਏ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾਂ। ਰਾਖ ਲੀਏ ਆਪਣੇ ਜਨ ਆਪ। ਸਤਿਗੁਰੂ ਪਾਤਸ਼ਾਹ ਜੀ ਧੰਨ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਅੱਜ ਦਾ ਇਹ ਪਾਵਨ ਪਵਿੱਤਰ ਹੁਕਮਨਾਮਾ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 821 ਅੰਗ ਦੇ ਉੱਪਰ ਸ਼ੋਭਾਇਮਾਨ ਹੈ। ਬਿਲਾਵਲ ਜੋ ਬਿਲਾਵਲ ਰਾਗ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਇਹ 16ਵਾਂ ਰਾਗ ਹੈ। ਬਿਲਾਵਲ ਰਾਗ ਇੱਕ ਸੰਪੂਰਨ ਜਾਤੀ ਦਾ ਰਾਗ ਹੈ। ਇਹਦੇ ਵਿੱਚ ਜਿਤਨੇ ਵੀ ਸੁਰ ਲੱਗਦੇ ਨੇ ਸ਼ੁੱਧ ਲੱਗਦੇ ਹਨ। ਇਸ ਬਿਲਾਵਲ ਰਾਗ ਨੂੰ ਗਾਉਣ ਦਾ ਦੂਜਾ ਪਹਿਰ ਹੈ। ਪੰਜਵੇਂ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਰਾਖ ਲੀਏ ਆਪਣੇ ਜਨ ਆਪ। ਇਹ ਸਤਿਗੁਰੂ ਪਾਤਸ਼ਾਹ ਜੀਓ ਆਪਣਾ ਜਨ ਤੁਸੀਂ ਆਪ ਜਾਣ ਕੇ ਰੱਖ ਲੈਂਦੇ ਹੋ। ਆਪਣੇ ਭਗਤਾਂ ਦੀ ਸਹਾਇਤਾ ਕਰਦੇ ਹੋ। ਆਪਣੇ ਜਨ ਦੇ ਉੱਪਰ ਆਪ ਜੀ ਬਖਸ਼ਿਸ਼ਾਂ ਕਰਦੇ ਹੋ। ਜਹ ਜਹ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉਠ ਧਾਵੈ। ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜਿਉ ਤੁਰ ਤੋਂ ਰੱਖਦਾ ਆਇਆ। ਇਹ ਸਾਹਿਬ ਜੀ ਆਪਣੇ ਸੇਵਕਾਂ ਦੀ ਭਗਤਾਂ ਦੀ ਹਮੇਸ਼ਾ ਤੁਸੀਂ ਰੱਖਦੇ ਆਏ ਹੋ।
ਹਮੇਸ਼ਾ ਆਪਣੇ ਭਗਤਾਂ ਦੇ ਉੱਪਰ ਕਿਰਪਾ ਕਰਦੇ ਆਏ ਹੋ। ਬੜੀਆਂ ਸਤਿਗੁਰ ਪਾਤਸ਼ਾਹ ਜੀ ਆਪ ਜੀ ਮਹਿਰਾਮਤਾ ਕਰਦੇ ਹੋ ਜੋ ਤੁਹਾਡਾ ਭਗਤ ਹੈ। ਸਾਹਿਬ ਜੀ ਗੁਰਬਾਣੀ ਵੀ ਸਮਝਾਉਂਦੇ ਕਿ ਜਿਹੜਾ ਭਗਤ ਹੈ ਉਸ ਦੀ ਪ੍ਰਭੂ ਅਕਾਲ ਪੁਰਖ ਕਿਵੇਂ ਰੱਖਦਾ। ਸੰਡਾ ਮਰਕਾ ਜਾਏ ਪੁਕਾਰੇ, ਪੜੈ ਨਹੀਂ ਹਮ ਹੀ ਪਚ ਹਾਰੇ। ਰਾਮ ਕਹੈ ਕਰ ਤਾਲ ਬਜਾਵੈ, ਚਟਿਆ ਸ਼ਬੇ ਬਿਗਾਰੇ। ਭਗਤ ਪ੍ਰਹਿਲਾਦ ਜੀ ਸੰਡਾ ਮਰਕਾ ਇਹ ਟੀਚਰ ਅਧਿਆਪਕ ਗਏ ਹਨ। ਹਰਨਾਕਸ਼ ਨੂੰ ਜਾ ਕੇ ਕਹਿੰਦਾ ਪੜ੍ਹੈ ਨਹੀਂ ਹਮ ਹੀ ਪਚਹਾਰੇ, ਰਾਮ ਕਹਿ ਕਰ ਤਾਲ ਬਜਾਵੇ, ਚਟਿਆ ਸਭੇ ਬਿਗਾਰੇ। ਨਾਲ ਵਾਲੇ ਵੀ ਵਿਗਾੜ ਦਿੱਤੇ। ਅੱਜ ਸਾਹਿਬ ਜੀ ਫਰਮਾਉਂਦੇ ਹਨ ਕਿ ਆਪਣੇ ਸੇਵਕਾਂ ਦੀ ਭਗਤਾਂ ਦੀ ਉਹ ਰੱਖਦਾ, ਆਪਣੇ ਸੇਵਕਾਂ ਤੇ ਉਹ ਮਹਿਰਾਮਤਾਂ ਕਰਦਾ। ਪ੍ਰਭੂ ਮਹਾਨ ਹੈ। ਰਾਮ ਨਾਮਾ ਜਪਵੋ ਕਰੈ, ਹਿਰਦੈ ਹਰ ਜੀ ਕੋ ਸਿਮਰਨ ਧਰੈ। ਬਸ ਰਾਮ ਨਾਮ ਜਪਦਾ, ਉਹਦੇ ਗੁਣਾਂ ਨੂੰ ਗਾਉਂਦਾ ਹੈ। ਰਾਣੀ ਕੀ ਕਹਿੰਦੀ ਹੈ, ਬਸੁਦਾ ਬਸ ਕੀਨੀ ਸਭ ਰਾਜੇ, ਬਿਨਤੀ ਕਰੈ ਪਟਰਾਨੀ। ਪੂਤ ਪ੍ਰਹਿਲਾਦ ਕਿਹਾ ਨਹੀਂ ਮਾਨੈ, ਤਿਨ ਤੋ ਔਰੈ ਠਾਨੀ। ਮਾਂ ਸਮਝਾਉਂਦੀ ਬੇਟਾ ਮੰਨ ਜਾ, ਗੱਲ ਸੁਣ। ਜਿਵੇਂ ਤੁਹਾਡੇ ਪਿਤਾ ਜੀ ਕਹਿੰਦੇ ਹਨ, ਜਿਵੇਂ ਤੁਹਾਡੇ ਅਧਿਆਪਕ ਕਹਿੰਦੇ ਹਨ, ਸੁਣ, ਗੱਲ ਮੰਨ ਜਾ। ਆਪਣੇ ਪਿਤਾ ਨੂੰ ਧਿਆ। ਫਿਰ ਦੁਸ਼ਟ ਸਭਾ ਮੈਂ ਮੰਤਰ ਪਕਾਇਆ। ਸਾਰੀ ਦੁਸ਼ਟ ਸਭਾ ਨੇ ਇਹ ਮੰਤਰ ਮਤਾ ਪਕਾਇਆ, ਵਿਉਂਤ ਬਣਾਈ। ਕਰਸੈਂ ਔਦ ਕਣੇਰੀ, ਗਿਰ ਤਰ ਜਲ ਜਵਾਲਾ ਪੈ ਰੱਖਿਓ, ਰਾਜਾ ਰਾਮ ਆਇਆ ਫੇਰੀ। ਬੜਾ ਯਤਨ ਕੀਤਾ। ਗਿਰ ਪਹਾੜ ਤੋਂ ਸੁੱਟਿਆ, ਪਾਣੀ 'ਚ ਡੁਬੋਣ ਦਾ ਯਤਨ ਕੀਤਾ, ਫਿਰ ਅੱਗ ਵਿੱਚ ਸਾੜਨ ਦਾ ਯਤਨ ਕੀਤਾ। ਰਾਜਾ ਰਾਮ ਮਾਇਆ ਫੇਰੀ। ਪ੍ਰਭੂ ਨੇ ਕੀ ਕੀਤਾ, ਜੋ ਪ੍ਰਕਿਰਤੀ ਦਾ ਸੁਭਾਅ ਬਦਲ ਦਿੱਤਾ। ਅੱਗ ਦਾ ਸੁਭਾਅ ਕੀ ਸਾੜਨਾ। ਪਰਬਤ ਤੋਂ ਡਿੱਗਿਆ ਹੋਵੇ ਬੰਦਾ ਬਚਦਾ ਹੀ ਨਹੀਂ, ਪਰ ਰਾਜਾ ਰਾਮ ਮਾਇਆ ਫੇਰੀ ਆਪਣੇ ਭਗਤ ਦੇ ਲਈ। ਕਾੜ ਖੜਕ ਕਾਲ ਪੈ ਕੋਪਿਓ, ਕਾਲ ਪੈ ਕੋਪਿਓ, ਮੋਹਿ ਬਤਾ ਜੋ ਤੋਹਿ ਆਖਿਆ। ਕਿਰਪਾਨ ਕੱਢ ਲਈ। ਹਰਨਾਕਸ਼ ਕਹਿਣ ਲੱਗਾ ਸਾਨੂੰ ਦੱਸ ਹੁਣ ਤੈਨੂੰ ਕੌਣ ਬਚਾਏਗਾ, ਕਿਵੇਂ ਬਚੇਗਾ। ਪੀਤ ਪਿਤੰਬਰ ਤਿਰਭਵਨ ਧਣੀ, ਥੰਬ ਮਹਿ ਹਰ ਭਾਖੈ। ਥੰਬ ਦੇ ਵਿੱਚੋਂ ਪਾੜ ਕੇ ਪ੍ਰਭੂ ਪ੍ਰਗਟ ਹੋਇਆ। ਸਤਿਗੁਰ ਪਾਤਸ਼ਾਹ ਜੀ ਫਰਮਾਉਂਦੇ ਕਿ ਆਪਣੇ ਭਗਤਾਂ ਦੀ, ਆਪਣੇ ਜਨ ਦੀ ਉਹ ਰੱਖ ਲੈਂਦਾ, ਉਹਨਾਂ ਤੇ ਬਖਸ਼ਿਸ਼ ਕਰਦਾ ਹੈ। ਇੱਕ ਆਲਮ ਨੇ ਬੜਾ ਪਿਆਰਾ ਲਿਖਿਆ, ਪਲਟੂ ਸੋਵੈ ਮਗਨ ਕਰ, ਸਾਹਿਬ ਚੌਂਕੀਦਾਰ। ਸਾਹਿਬ ਚੌਂਕੀਦਾਰ ਮਸਤ ਹੋਏ ਸੋਵਨ ਲਾਗੇ। ਹੁਣ ਸਾਹਿਬ ਸਾਡਾ ਚੌਂਕੀਦਾਰ ਬਣ ਗਿਆ, ਭਾਵ ਰਖਵਾਲਾ ਬਣ ਗਿਆ ਹੈ। ਹਮਕੋ ਨਾਹੀ ਚਿੰਤਾ ਉਨਹੀ ਕੋ ਚਿੰਤਾ, ਸਾਹਿਬ ਚੌਂਕੀਦਾਰ ਮਗਨ ਹੋਏ ਸੋਵਨ ਲਾਗੇ। ਜਿਹਦਾ ਉਹ ਰਾਖਾ ਬਣ ਗਿਆ, ਜਿਹਦੇ ਤੇ ਬਖਸ਼ਿਸ਼ ਕਰਦਾ। ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਇਸ ਤਰ੍ਹਾਂ ਸਾਡੇ ਤੇ ਬਖਸ਼ਿਸ਼ ਕਰਦੇ। ਕਰ ਕਿਰਪਾ ਹਰ ਹਰ ਨਾਮ ਦੀਨੋ, ਬਿਨਸ ਗਏ ਸਭ ਸੋਗ ਸੰਤਾਪ। ਇਹ ਹੈ ਪਾਵਨ ਪਵਿੱਤਰ ਹੁਕਮਨਾਮੇ ਦਾ ਰਹਾਉ ਬੰਦ। ਉਸ ਨੇ ਕਿਰਪਾ ਬਖਸ਼ਿਸ਼ ਕੀਤੀ ਤੇ ਇਸ ਜ਼ਿੰਦਗੀ ਦੇ ਵਿੱਚੋਂ ਜਿਤਨੇ
ਸ਼ੋਕ ਸੰਤਾਪ ਸਾਰੇ ਦੁੱਖ ਚਿੰਤਾਵਾਂ ਚਲੀਆਂ ਗਈਆਂ, ਚਿੰਤਾਵਾਂ ਚਲੀਆਂ ਗਈਆਂ। ਉਹਨੇ ਕੀ ਬਖਸ਼ਿਆ? ਆਪਣਾ ਅੰਮ੍ਰਿਤਮਈ ਨਾਮ, ਆਪਣਾ ਨਾਮ ਬਖਸ਼ਿਆ। ਇਸ ਜ਼ਿੰਦਗੀ ਵਿੱਚੋਂ ਦੁੱਖ ਚਿੰਤਾਵਾਂ ਚਲੀਆਂ ਗਈਆਂ। ਨੌਵੇਂ ਪਾਤਸ਼ਾਹ ਜੀ ਸਮਝਾਉਂਦੇ, ਰੇ ਮਨ ਓਟ ਲਿਹੋ ਹਰਨਾਮਾ। ਮੇਰੇ ਮਨ ਆਸਰਾ ਲੈ, ਓਟ ਲੈ ਕਿਸ ਦੀ? ਅਕਾਲ ਪੁਰਖ ਦੀ। ਜਾ ਕੈ ਸਿਮਰਨ ਦੁਰਮਤ ਨਾਸੈ ਪਾਵੈ, ਪਦ ਨਿਰਬਾਨਾ। ਤੈਨੂੰ ਉੱਚਾ ਪਦ ਮਿਲੇਗਾ, ਮਾੜੀ ਮੱਤ ਜਾਏਗੀ। ਮੇਰੇ ਮਨਾ ਉਹਦਾ ਸਿਮਰਨ ਕਰਿਆ ਕਰ, ਉਹਦੇ ਗੁਣਾਂ ਨੂੰ ਗਾਇਆ ਕਰ, ਉਹਦੀ ਸਿਫਤ ਸਲਾਹ ਕਰ। ਰਹਾਉ ਬੜ ਭਾਗੀ ਤਹਿ ਜਨ ਕੋ ਜਾਨੋ, ਜੋ ਹਰ ਕੇ ਗੁਣ ਗਾਵੇ। ਜਨਮ ਜਨਮ ਕੇ ਪਾਪ ਖੋਏ ਕੈ, ਫੁਨ ਬੈਕੁੰਠ ਸਿਧਾਵੈ। ਵੱਡਿਆ ਭਾਗਾਂ ਵਾਲਾ ਤੁਹਾਨੂੰ ਜਪਦਾ, ਜੋ ਪਾਪ ਚਲੇ ਜਾਂਦੇ, ਜਿਹੜਾ ਉਸ ਦੇ ਗੁਣਾਂ ਨੂੰ ਗਾਉਂਦਾ। ਸਾਹਿਬ ਜੀ ਸਮਝਾਉਂਦੇ, ਉਸ ਅਕਾਲ ਪੁਰਖ ਨੇ ਬਖਸ਼ਿਸ਼ ਕਰ। ਕੀ ਬਖਸ਼ਿਆ? ਨਾਮ ਦਿੱਤਾ। ਆਪਣਾ ਨਾਮ ਦੇ ਕੇ ਜ਼ਿੰਦਗੀ ਵਿੱਚੋਂ ਚਿੰਤਾਵਾਂ, ਦੁੱਖ, ਸ਼ੋਕ ਸੰਤਾਪ ਇਹ ਖਤਮ ਹੀ ਕਰ ਦਿੱਤੇ। ਅਕਾਲ ਪੁਰਖ ਨੇ ਬੜੀ ਬਖਸ਼ਿਸ਼ ਕੀਤੀ। ਜ਼ਿੰਦਗੀ ਵਿੱਚ ਬੜੀ ਚਿੰਤਾ ਹੈ, ਸਾਧ ਸੰਗਤ ਬੜਾ ਦੁੱਖ ਹੈ। ਸਾਹਿਬ ਜੀ ਸਮਝਾਉਂਦੇ, ਸਾਰਾ ਸੰਸਾਰ ਜਿਤਨਾ ਵੀ ਦਿਸਦਾ ਬੜਾ ਚਿੰਤਾ ਤੁਰ ਦਿਸਦਾ। ਚਿੰਤਤ ਹੀ ਦਿਸੈ ਸਭ ਕੋਈ, ਸਾਨੂੰ ਸਾਰੇ ਚਿੰਤਾ ਦੇ ਵਿੱਚ ਨਜ਼ਰ ਹੀ ਪੈਂਦੇ। ਸਾਰੇ ਬੜੇ ਚਿੰਤਾ ਤੁਰ ਹਨ। ਚਿਤ ਏਕ ਤਹੀਂ ਸੁਖ ਹੋਏ। ਚਿਤ ਏਕ, ਇੱਕ ਨੂੰ ਗਾਏਗਾ, ਤੇਰੀ ਜ਼ਿੰਦਗੀ ਵਿੱਚ ਕਦੇ ਚਿੰਤਾ ਨਹੀਂ ਰਹਿਣੀ। ਇੱਕ ਦੇ ਗੁਣਾਂ ਨੂੰ ਗਾ। ਜੋ ਇੱਕ ਨੂੰ ਗਾਉਂਦਾ, ਉਹਦੀ ਜ਼ਿੰਦਗੀ ਵਿੱਚੋਂ ਚਿੰਤਾ ਚਲੀ ਜਾਂਦੀ ਹੈ। ਰਹਾਉ ਗੁਣ ਗੋਬਿੰਦ ਗਾਵੋ ਸਭ ਹਰ ਜਨ, ਰਾਗ ਰਤਨ ਰਸਨਾ ਆਲਾਪ। ਹੇ ਭਾਈ, ਹੇ ਗੁਰਮੁਖੋ, ਉਸ ਦੇ ਗੁਣਾਂ ਨੂੰ ਗਾਓ। ਤੁਹਾਡੀ ਰਸਨਾ, ਉਹਦੀ ਸਿਫਤ ਸਲਾਹ ਦੇ ਰਾਗ ਇਹ ਗਾਇਨ ਕਰੇ, ਉਹਦੇ ਗੁਣਾਂ ਨੂੰ ਗਾਓ। ਤੁਹਾਡੀ ਰਸਨਾ ਜਪੇ, ਪਰ ਰਸਨਾ ਕੀ ਕਰਦੀ ਹੈ? ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਤੇਰੀ ਪਿਆਸ ਹੀ ਨਹੀਂ ਜਾਂਦੀ। ਤੇ ਸਾਹਿਬ ਜੀ ਸਮਝਾਉਂਦੇ, ਹੈ ਮੇਰੀ ਇਹ ਜੀਭੇ ਤੇਰੇ ਟੁਕੜੇ ਕਰਦਿਆਂ ਰੇ ਜਿਹਬਾ ਕਰੋ ਸਤਖੰਡ। ਕਿਉਂ? ਜਾਮ ਨਾ ਉਚਰਸ ਸਿਰ ਗੋਬਿੰਦ। ਹੇ ਮੇਰੀ ਜ਼ੁਬਾਨ, ਮੇਰੀ ਰਸਨਾ, ਤੂੰ ਗੁਣਾਂ ਨੂੰ ਕਿਉਂ ਨਹੀਂ ਗਾਉਂਦੀ? ਉਹਦੇ ਗੁਣ ਗਾ, ਉਹਦੇ ਗੁਣ ਗਾਇਆ ਕਰ। ਉਹਦੇ ਗੁਣ ਗਾਏਂਗੀ, ਤੇਰਾ ਭਲਾ ਹੋਵੇਗਾ, ਤੇਰਾ ਸੰਸਾਰ ਤੇ ਆਉਣਾ ਸਫਲ ਹੋਏਗਾ। ਮੇਰੀ ਰਸਨਾ ਗਾ। ਰੱਬ ਦਾ ਪਿਆਰਾ ਗਾਉਂਦਾ ਹੈ, ਉਹਦੀ ਸਿਫਤ ਸਲਾਹ ਕਰਦਾ ਹੈ। ਕੋਟ ਜਨਮ ਕੀ ਤ੍ਰਿਸ਼ਨਾ ਨਿਵਰੀ, ਰਾਮ ਰਸਾਇਣ ਆਤਮ ਤ੍ਰਾਪ। ਜਦੋਂ ਅਕਾਲ ਪੁਰਖ ਦਾ ਨਾਮ ਇਸ ਜੀਵਨ ਦਾ ਸਹਾਰਾ ਬਣ ਗਿਆ, ਸਾਹਿਬ ਜੀ ਫਰਮਾਉਂਦੇ, ਨਾਮ ਸਹਾਰਾ ਬਣਿਆ, ਕਰੋੜਾਂ ਜਨਮਾਂ ਦੀ ਤ੍ਰਿਸ਼ਨਾ ਚਲੀ ਗਈ। ਤ੍ਰਿਸ਼ਨਾ ਜਾਂਦੀ ਹੈ, ਬੜੀ ਔਖੀ ਹੈ। ਗੁਰੂ ਕਿਰਪਾ ਕਰੇ, ਤ੍ਰਿਸ਼ਨਾ ਬੁਝੈ ਹਰਿ ਕੈ ਨਾਮ। ਰੱਬ ਦਾ ਨਾਮ ਜਪਿਆ ਤ੍ਰਿਸ਼ਨਾ ਜਾਂਦੀ ਹੈ। ਭਾਈ ਨੰਦ ਲਾਲ ਜੀ ਬੜਾ ਪਿਆਰਾ ਸਮਝਾਉਂਦੇ ਨੇ। ਉਹਨਾਂ ਦੀ ਗੰਜਨਾਮਾ ਦੇ ਵਿੱਚ ਇੱਕ ਬੜੀ ਪਿਆਰੀ ਗਜ਼ਲ। ਇਹ ਜਿਹੜੀ ਤ੍ਰਿਸ਼ਨਾ ਹੈ, ਇਹ ਮਾਇਆ ਹੈ ਲੁਲਿਆਨੇ ਸ਼ੋਖ ਆਲਮ ਦਿਲੇ ਰਬੂਦ। ਇਹਨੇ ਸਾਡਾ, ਹੇ ਸਤਿਗੁਰਾ, ਸਾਡਾ ਮਨ ਵਸ ਦੇ ਵਿੱਚ ਕੀਤਾ ਹੋਇਆ।
ਇਤਨਾ ਪ੍ਰਭਾਵ, ਇਤਨੀ ਤ੍ਰਿਸ਼ਨਾ, ਇਤਨਾ ਮਾਇਆ ਦਾ ਪ੍ਰਭਾਵ। ਗੁਰੂ ਕਿਰਪਾ ਕਰੇ, ਆਪਣੀ ਸਿਫਤ ਸਲਾਹ ਬਖਸ਼ੇ, ਤਾਂ ਜਿਹੜੀ ਤ੍ਰਿਸ਼ਨਾ ਹੈ ਇਹ ਜਾਂਦੀ ਹੈ। ਚਰਨ ਗਹੇ ਸਰਣ ਸੁਖ ਦਾਤੇ, ਗੁਰ ਕੈ ਬਚਨ ਜਪੇ ਹਰ ਜਾਪ। ਹੇ ਦਾਤਿਆ, ਜਦੋਂ ਆਪ ਜੀ ਦੇ ਚਰਨਾਂ ਨੂੰ ਪਰਸਿਆ, ਸਤਿਗੁਰਾ ਆਪ ਜੀ ਦੇ ਬਚਨਾਂ ਰਾਹੀਂ ਆਪ ਜੀ ਦੇ ਗੁਣਾਂ ਨੂੰ ਗਾਇਆ, ਗੁਰ ਕੈ ਬਚਨ ਜਪੇ ਹਰ ਜਾਪ। ਦਾਤਿਆ ਸਾਨੂੰ ਕੀ ਮਿਲਿਆ? ਸੁੱਖ ਮਿਲਿਆ। ਤੁਹਾਡੇ ਗੁਣਾਂ ਨੂੰ ਗਾਇਆ, ਜ਼ਿੰਦਗੀ ਵਿੱਚ ਬੜਾ ਆਨੰਦ ਆਇਆ, ਸੁੱਖ ਮਿਲ ਗਿਆ। ਜੋ ਗੁਰੂ ਨਾਲ ਜੁੜੇ, ਜਿਨ੍ਹਾਂ ਨੇ ਸਤਿਗੁਰੂ ਦੇ ਬਚਨ ਕਮਾਏ। ਗਰੀਬ ਨਿਵਾਸ ਗੁਰੂ ਨਾਨਕ ਸਾਹਿਬ ਜੀ ਸਮਝਾਉਂਦੇ ਨੇ, ਗੁਰੂ ਨੇ ਆਪਣੀ ਸਿਫਤ ਸਲਾਹ ਰੂਪੀ ਨਾਮ ਰੂਪੀ ਕੀ ਬਣ ਦਿੱਤਾ? ਪੁਲ ਬਣ ਦਿੱਤਾ। ਪੁਲ ਸਾਡੇ ਲਈ ਬਣਾਇਆ। ਗੁਰਮੁਖ ਬਾਂਧਿਓ ਛੇਤ ਵਿਧਾਤਾ, ਛੇਤ ਪੁਲ ਬਣਾ ਦਿੱਤਾ। ਗੁਰੂ ਬੜਾ ਮਹਾਨ ਹੈ। ਗਰੀਬ ਨਿਵਾਸ ਗੁਰੂ ਨਾਨਕ ਸਾਹਿਬ ਜੀ ਸਮਝਾਉਂਦੇ ਹਨ, ਜਿਸ ਗੁਰ ਮਿਲੈ ਤਿਸ ਪਾਰ ਉਤਾਰੈ। ਜਿਹਨੂੰ ਗੁਰੂ ਮਿਲਿਆ ਪਾਰ ਹੋ ਗਿਆ। ਗੁਰੂ ਬਖਸ਼ਿਸ਼ ਕਰਕੇ ਅਵਗਣ ਮਿਟੈ, ਗੁਣ ਨਿਸਤਾਰੈ। ਅਵਗਣ ਚਲੇ ਜਾਂਦੇ, ਗੁਣਾਂ ਦਾ ਨਿਵਾਸ ਹੁੰਦਾ। ਮਹਾ ਮੁਕਤ ਗੁਰ ਸ਼ਬਦ ਵਿਚਾਰ, ਜਿਹਨੇ ਗੁਰੂ ਕੇ ਸ਼ਬਦ ਦੀ ਵਿਚਾਰ ਕਰ ਲਈ, ਮੁਕਤ ਹੋ ਗਏ। ਗੁਰਮੁਖ ਕਦੇ ਨਾ ਆਵੇ ਹਾਰ। ਜੋ ਗੁਰੂ ਨਾਲ ਜੁੜ ਗਿਆ ਉਹ ਕਦੇ ਵੀ ਹਾਰਦਾ ਨਹੀਂ। ਜੋ ਗੁਰੂ ਨਾਲ ਜੁੜ ਗਿਆ ਉਹ ਹਾਰਦਾ, ਕਦੇ ਨਹੀਂ ਹਾਰਦਾ। ਅੱਜ ਦੇ ਪਾਵਨ ਪਵਿੱਤਰ ਸਾਹਿਬ ਜੀ ਦੇ ਹੁਕਮਨਾਮੇ, ਸੁਖ ਮਿਲਿਆ ਕਿਵੇਂ? ਚਰਨ ਗਹੇ ਸ਼ਰਨ ਸੁਖ ਦਾਤੇ। ਜਦੋਂ ਤੁਹਾਡੇ ਚਰਨ ਪਰਸੇ, ਗਹੇ ਦਾ ਅਰਥ ਹੁੰਦਾ ਪਰਸੇ, ਸੁਖ ਮਿਲਿਆ। ਤੁਹਾਡੇ ਬਚਨਾਂ ਰਾਹੀਂ ਆਪ ਜੀ ਦੇ ਗੁਣ ਗਾਏ, ਇਸ ਜ਼ਿੰਦਗੀ ਵਿੱਚ ਸੁੱਖ ਆ ਗਿਆ, ਜ਼ਿੰਦਗੀ ਦੇ ਵਿੱਚ ਆਨੰਦ ਆ ਗਿਆ। ਆਪ ਜੀ ਦੇ ਜਦੋਂ ਗੁਣਾਂ ਨੂੰ ਗਾਇਆ, ਆਪ ਜੀ ਦੀ ਸਿਫਤ ਸਲਾਹ ਕੀਤੀ। ਗਰੀਬ ਨਿਵਾਸ ਗੁਰੂ ਨਾਨਕ ਸਾਹਿਬ ਜੀ ਸਮਝਾਉਂਦੇ ਨੇ, ਉਸ ਦੇ ਗੁਣ ਗਾ ਕੇ ਗੁਰੂ ਰਾਹੀਂ ਇਸ ਜ਼ਿੰਦਗੀ ਵਿੱਚ ਸੁੱਖ ਆਇਆ, ਔਗਣ ਚਲੇ ਗਏ। ਐਸਾ ਪੂਰਾ ਸਤਿਗੁਰੂ ਹੈ। ਸਾਗਰ ਤਰੇ ਭਰਮ ਪੈ ਬਿਨਸੇ, ਕਹੋ ਨਾਨਕ ਠਾਕੁਰ ਪ੍ਰਤਾਪ। ਹੇ ਨਾਨਕ ਹੈ, ਉਸ ਦਾ ਪ੍ਰਤਾਪ ਬੜਾ ਵੱਡਾ ਹੈ। ਜਦੋਂ ਤੁਹਾਡੇ ਗੁਣਾਂ ਨੂੰ ਗਾਇਆ, ਆਪ ਜੀ ਦੀ ਸਿਫਤ ਸਲਾਹ ਕੀਤੀ, ਮਹਾਰਾਜ ਭੈ ਚਲੇ ਗਏ, ਡਰ ਚਲੇ ਗਏ। ਜਦੋਂ ਆਪ ਜੀ ਦੇ ਚਰਨ ਗਏ, ਆਪ ਜੀ ਨਾਲ ਜੁੜੇ ਹੀ ਅਕਾਲ ਪੁਰਖ, ਡਰ ਚਲੇ ਗਏ, ਭੈ ਚਲੇ ਗਏ। ਬੰਦੇ ਦੀ ਜ਼ਿੰਦਗੀ ਵਿੱਚ ਕੀ ਹੈ? ਡਰ ਹੈ, ਭੈ, ਬੜਾ ਡਰ ਹੈ। ਡਰ ਇਤਨਾ ਹੈ, ਬੰਦਾ ਡਰਦਿਆਂ ਡਰਦਿਆਂ ਇਹ ਜ਼ਿੰਦਗੀ ਕੱਢ ਦਿੰਦਾ ਹੈ। ਹੈਰਾਨਗੀ ਦੀ ਗੱਲ, ਇਹਨੂੰ ਗੁਰੂ ਦਾ, ਸਤਿਗੁਰੂ ਦਾ ਇਤਨਾ ਡਰ ਨਹੀਂ ਜਿੰਨਾ ਇਹਨੂੰ ਦੁਨਿਆਵੀ ਸੰਸਾਰ ਦਾ ਡਰ ਹੈ, ਬੜਾ ਭੈ ਹੈ। ਸਾਹਿਬ ਜੀ ਨੇ ਬਖਸ਼ਿਸ਼ਾਂ ਕੀਤੀਆਂ, ਡੱਡਾ ਡਰ ਉਪਜੈ ਡਰ ਜਾਈ, ਤਾਂ ਡਰ ਮੈਂ ਡਰ ਰਿਹਾ ਸਮਾਈ। ਡਰ ਚਲੇ ਗਏ ਕਿਵੇਂ? ਇੱਕ ਦਾ ਡਰ ਪੈਦਾ ਹੋਇਆ, ਇੱਕ ਦਾ ਡਰ ਪੈਦਾ ਹੋਇਆ, ਡਰ ਚਲੇ ਗਏ, ਇੱਕ ਦਾ ਡਰ ਜੋ ਪੈਦਾ ਹੋ ਗਿਆ। ਇੱਕ ਵਜ਼ੀਰ ਕਹਿਣ ਲੱਗਾ, ਫਕੀਰੋ ਕੋਈ ਉਪਾਅ ਦੱਸ ਦਿਓ ਮੈਨੂੰ। ਉਹ ਕਹਿਣ ਲੱਗਾ, ਵਜ਼ੀਰ ਜੀ ਕਾਹਦਾ ਉਪਾਅ ਦੱਸੋ ਜੀ, ਮੈਨੂੰ ਬੜਾ ਡਰ ਲੱਗਦਾ। ਕਿਹਦਾ ਡਰ?
ਇਹ ਕਹਿਣ ਲੱਗਾ ਡਰ ਲੱਗਦਾ ਮੈਨੂੰ ਰਾਜੇ ਦਾ। ਫਕੀਰ ਨੇ ਸੁਣਿਆ, ਉਹ ਧਾਹਾਂ ਮਾਰ ਕੇ ਰੋ ਪਿਆ। ਵਜ਼ੀਰ ਕਹਿਣ ਲੱਗਾ ਜੀ ਡਰ ਮੈਨੂੰ ਲੱਗਦਾ ਹੈ ਤੇ ਰੋ ਤੁਸੀਂ ਰਹੇ ਹੋ। ਫਕੀਰ ਕਹਿਣ ਲੱਗਾ ਵਜ਼ੀਰ ਜੀ, ਜਿੰਨਾ ਤੁਸੀਂ ਰਾਜੇ ਤੋਂ ਡਰਦੇ ਹੋ, ਬਾਦਸ਼ਾਹ ਤੋਂ ਡਰਦੇ ਹੋ, ਕਦੇ ਇਤਨਾ ਖੌਫ ਮੈਨੂੰ, ਬੰਦੇ ਨੂੰ ਖੌਫ ਡਰ ਖੁਦਾ ਦਾ ਆ ਜਾਏ, ਇਹ ਜ਼ਿੰਦਗੀ ਉਹਦੀ ਮੁਬਾਰਕ ਹੋ ਜਾਏ, ਉਹਦੀ ਜ਼ਿੰਦਗੀ ਪ੍ਰਵਾਨ ਹੋ ਜਾਏ, ਰੱਬ ਦਾ ਜੋ ਡਰ ਆ ਜਾਏ। ਪਰ ਬੰਦਾ ਕਿੱਥੇ ਡਰਦਾ? ਸਾਹਿਬ ਜੀ ਸਮਝਾਉਂਦੇ ਡਰ ਚਲੇ ਜਾਂਦੇ ਇੱਕ ਨਾਲ ਜੁੜਿਆ, ਇੱਕ ਨਾਲ ਜੁੜੇ ਇਹ ਡਰ ਚਲੇ ਗਏ। ਜਿਸ ਨਾਲ ਇੱਕ ਵਸਦਾ ਹੈ ਨਿਰਭਉ ਸੰਗ ਤੁਮਾਰੇ ਬਸਤਾ, ਇਹ ਡਰ ਨਾ ਕਹਾਂ ਤੇ ਆਇਆ। ਇਹ ਡਰ ਕਿੱਥੇ? ਇੱਕ ਜੋ ਵਸਦਾ ਹੈ ਉਹ ਮਹਾਨ ਹੈ। ਇੱਕ ਦੇ ਗੁਣਾਂ ਨੂੰ ਗਾਇਆ, ਸਾਰੇ ਡਰ ਜਿਹੜੇ ਹਨ ਇਹ ਚਲੇ ਗਏ। ਇਹ ਸਨ ਅੱਜ ਦੇ ਪਾਵਨ ਪਵਿੱਤਰ ਸ਼੍ਰੀ ਮੁਖਵਾਕ, ਪਾਵਨ ਪਵਿੱਤਰ ਸ਼੍ਰੀ ਮੁਖਵਾਕਾਂ ਦੀਆਂ ਵਿਚਾਰਾਂ। ਆਓ ਸਤਿਗੁਰ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸਥਾਨਾਂ ਵਿਖੇ ਜੋ ਲੜੀਵਾਰ ਸ਼ਬਦ ਵਿਚਾਰ ਚੱਲ ਰਹੀ ਹੈ, ਪਾਵਨ ਪਵਿੱਤਰ ਲੜੀਵਾਰ ਜੋ ਵਿਚਾਰ ਹੈ, ਇਸ ਸ਼ਬਦ ਦੀ ਵਿਚਾਰ ਕਰੀਏ। ਰਾਮ ਕਲੀ ਮਹੱਲਾ ਪੰਜਵਾ, ਜੋ ਤਿਸ ਭਾਵੈ ਸੋ ਥੀਆ। ਰਾਮ ਕਲੀ ਮਹੱਲਾ ਪੰਜਵਾ। ਰਾਮ ਕਲੀ ਰਾਗ ਦੇ ਵਿੱਚ ਦਰਜ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਬਖਸ਼ਿਸ਼ਾਂ ਕਰ ਰਹੇ। ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਕਿ ਭਾਈ, ਜੋ ਪ੍ਰਭੂ ਨੂੰ ਚੰਗਾ ਲੱਗਦਾ ਹੈ ਉਹ ਕੀ ਹੈ? ਉਹ ਭਲਾ ਹੀ ਭਲਾ ਹੈ, ਉਹਦਾ ਹੁਕਮ ਹੈ। ਜੋ ਚੰਗਾ ਲੱਗਦਾ ਹੋ ਰਿਹਾ ਕਿਸ ਨੂੰ? ਜੋ ਪ੍ਰਭੂ ਨੂੰ ਚੰਗਾ ਲੱਗਦਾ ਹੋ ਰਿਹਾ। ਸਤਿਗੁਰੂ ਪਾਤਸ਼ਾਹ ਜੀ ਸਮਝਾਉਂਦੇ, ਹੁਕਮ ਜੋ ਕੁਝ ਹੋ ਰਿਹਾ ਚੰਗਾ ਹੈ, ਇਹ ਕੀ ਹੈ? ਹੁਕਮ। ਹੁਕਮ ਮੰਨਣਾ ਬੜਾ ਔਖਾ ਹੈ। ਇਹ ਜਿਹੜੇ ਦਿਹਾੜੇ ਨੇ, ਸ਼ਹੀਦੀ ਪੰਦਰਵਾੜਾ, ਇਹ ਪੋਹ ਦੇ ਦਿਨ ਚੱਲ ਰਹੇ, ਸ਼ਹੀਦੀ ਸਮਾਗਮ ਸਜਾਏ ਜਾਂਦੇ। ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਇਹ ਹੁਕਮ ਮੰਨ ਕੇ ਵਿਖਾਇਆ। ਅੱਜ ਜੋ ਸਾਹਿਬ ਜੀ ਫਰਮਾ ਰਹੇ ਕਿ ਜੋ ਪ੍ਰਭੂ ਨੂੰ ਚੰਗਾ ਲੱਗਦਾ ਹੈ ਉਹ ਪ੍ਰਵਾਨ ਹੈ, ਭਲਾ ਹੈ। ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਇਹ ਕਹਿੰਦੇ ਕਿ ਦਾਤਿਆ, मैं तेरा हूँ, बच्चे मेरे तेरे हैं मौला, थे तेरे ही हैं तेरे, रहेंगे तेरे दाता। जिस हाल में रखे वही हाल है अच्छा, जुज़ शुक्र के आने का जवां पर नहीं शिकवा। गुरमुखो, दशमेश पिता जी ने हुक्म मन के विखाया कि जो प्रभु नूं चंगा लगदा भला है, भला है। ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਜ਼ਫਰਨਾਮੇ ਵਿੱਚ ਫਰਮਾਉਂਦੇ, ਮਜਨ ਤੇਗ ਬਾਰ ਖੂਨੇ ਕਸ ਬੇਦ ਰੇਗ, ਤੁਰਾ ਨੀਜ਼ ਖੂਨ ਚਰਖ ਰਸਤ ਬਤੀਗ। ਬਤੀਗ ਦਾ ਅਰਥ ਹੁੰਦਾ ਤਲਵਾਰ, ਕਿਰਪਾਨ। ਜ਼ਫਰਨਾਮੇ ਵਿੱਚ ਸਾਹਿਬ ਜੀ ਸਮਝਾਉਂਦੇ ਕਿ ਬਾਦਸ਼ਾਹ ਐਵੇਂ ਜਿਹੜੇ ਨਿਹੱਥੇ ਲੋਕ ਹਨ, ਆਪਣੀ ਤਲਵਾਰ ਨਾਲ, ਆਪਣੀ ਕਿਰਪਾਨ ਦੇ ਨਾਲ ਉਹਨਾਂ ਦਾ ਖੂਨ ਨਾ ਵਹਾਈ। ਉਹਨਾਂ ਦਾ ਖੂਨ ਵਹਾਏਗਾ, ਚੇਤੇ ਰੱਖ, ਜਦੋਂ ਅਸਮਾਨੀ ਸੱਤਾ ਦੀ ਪ੍ਰਭੂ ਦੀ ਕਿਰਪਾਨ ਚੱਲੇਗੀ, ਉਹ ਫਿਰ
ਤੇਰਾ ਵੀ ਖੂਨ ਵਹਾਏਗੀ। ਜੋ ਜ਼ੁਲਮ ਕਰਦਾ ਹੈ ਇੱਕ ਦਿਨ ਪ੍ਰਭੂ ਦੀ ਵੀ ਫਿਰ ਤਲਵਾਰ ਚੱਲਦੀ ਹੈ। ਸਾਹਿਬ ਜੀ ਫਰਮਾਉਂਦੇ ਐਵੇਂ ਨਿਹੱਤੇ ਲੋਕਾਂ ਨੂੰ ਮਾਰ ਨਾ। ਨਾਮ ਬੜਾ ਸੋਹਣਾ ਤੇਰਾ, ਨਾ ਜ਼ੇਬਤ ਤੁਰਾ ਨਾਮ ਔਰੰਗਜ਼ੇਬ। ਨਾਮ ਬੜਾ ਸੋਹਣਾ ਤੇਰਾ, ਤੇ ਕੀ ਹੈ? ਔਰੰਗਜ਼ੇਬ ਭਾਵ ਤਖਤ ਦਾ ਸ਼ਿੰਗਾਰ। ਦਸ਼ਮੇਸ਼ ਪਿਤਾ ਜੀ ਕਹਿਣ ਲੱਗੇ, ਬਾਦਸ਼ਾਹ ਤੈਨੂੰ ਇਹ ਨਾਮ ਚੰਗਾ ਹੀ ਨਹੀਂ ਲੱਗਦਾ, ਸ਼ੋਭਦਾ ਹੀ ਨਹੀਂ। ਕਿਉਂ ਨਹੀਂ ਚੰਗਾ ਲੱਗਦਾ? ਔਰੰਗਜ਼ੇਬਾ ਨਾ ਆਇਦ ਫਰੇਬ। ਫਰੇਬ ਦਾ ਅਰਥ ਹੁੰਦਾ ਝੂਠ, ਮਕਾਰ, ਧਰੋ। ਬਾਦਸ਼ਾਹ ਨਾਮ ਤੇਰਾ ਤਖਤ ਦਾ ਸ਼ਿੰਗਾਰ ਹੈ, ਪਰ ਕੰਮ ਸਾਰੇ ਤੂੰ ਧੋਖੇ ਵਾਲੇ, ਝੂਠ ਵਾਲੇ ਕਰਦਾ। ਕੰਮ ਸਾਰੇ ਮਾੜੇ ਕਰਦਾ ਹੈ। ਇਹ ਨਾਮ ਤੈਨੂੰ ਸ਼ੋਭਦਾ ਨਹੀਂ, ਨਾਮ ਤੇਰੇ ਵਾਸਤੇ ਠੀਕ ਨਹੀਂ। ਸਾਹਿਬ ਜੀ ਨੇ ਭਾਣਾ ਮੰਨ ਕੇ ਵਿਖਾਇਆ। ਭਾਣਾ ਹੁਕਮ ਕਿਵੇਂ ਮੰਨੀਦਾ? ਗੁਰਬਾਣੀ ਵਿੱਚ ਹੁਕਮ ਇਹ ਵੀ ਸ਼ਬਦ ਆਇਆ, ਰਜ਼ਾ ਵੀ ਆਇਆ, ਭਾਣਾ ਸ਼ਬਦ ਵੀ ਆਇਆ, ਭਾਵੈ ਵੀ ਆਇਆ। ਭਾਣਾ ਜੋ ਸਾਹਿਬ ਜੀ ਅੱਜ ਫਰਮਾ ਰਹੇ, ਇਹਨਾਂ ਸਾਰੇ ਸ਼ਬਦਾਂ ਦਾ ਜਿਹੜਾ ਅਰਥ ਹੈ ਨਾ ਗੁਰਮੁਖੋ, ਭਾਈ ਸਾਹਿਬ ਭਾਈ ਵੀਰ ਸਿੰਘ ਜੀ ਕਹਿੰਦੇ ਉਹ ਇੱਕ ਹੈ। ਹੁਕਮ ਅਰਬੀ ਭਾਸ਼ਾ ਦਾ ਸ਼ਬਦ ਜਿਹਦਾ ਅਰਥ ਹੈ ਪਰਮੇਸ਼ਰ ਦੀ ਅਕਾਲ ਪੁਰਖ ਦੀ ਆਗਿਆ। ਰਜ਼ਾ ਇਹ ਵੀ ਅਰਬੀ ਭਾਸ਼ਾ ਦਾ ਸ਼ਬਦ ਹੈ, ਇਹਦਾ ਅਰਥ ਹੈ ਈਸ਼ਵਰੀ ਖੁਸ਼ੀ। ਭਾਣਾ ਬਣਿਆ ਭਾਵਨਾ ਤੋਂ, ਇਹ ਸੰਸਕ੍ਰਿਤ ਦਾ ਹੈ। ਇਹਦਾ ਅਰਥ ਹੈ ਈਸ਼ਵਰੀ ਇੱਛਾ। ਹੁਕਮ ਦਾ ਅਰਥ ਹੈ ਆਗਿਆ, ਰਜ਼ਾ ਖੁਸ਼ੀ, ਈਸ਼ਵਰੀ ਇੱਛਾ ਭਾਣਾ। ਕਈ ਵਿਦਵਾਨ ਇਹ ਵੀ ਕਹਿੰਦੇ ਨੇ ਕਿ ਇਹ ਜਿਹੜੇ ਆਏ ਹਨ ਜਿਤਨੇ ਅਲਫਾਜ਼, ਸ਼ਬਦ, ਹੁਕਮ, ਰਜ਼ਾ, ਭਾਣਾ, ਆਗਿਆ, ਜਿਵੇਂ ਆਪਾਂ ਪੜ੍ਹਦੇ ਹਾਂ ਆਗਿਆ ਆਵੇ ਆਗਿਆ ਜਾਏ, ਹੁਕਮ ਦੇ ਵਿੱਚ ਆਇਆ, ਹੁਕਮ ਵਿੱਚ ਚਲਿਆ ਗਿਆ, ਹਰ ਤੇ ਹੁਕਮ ਹੈ ਨਾ। ਕਈ ਵਿਦਵਾਨਾਂ ਦਾ ਮੰਨਣਾ ਹੈ ਕਿ ਨਹੀਂ, ਇਹ ਸ਼ਬਦ ਵੱਖਰੇ ਵੱਖਰੇ ਨੇ। ਉਹਨਾਂ ਦਾ ਤਰਕ ਇਹ ਹੈ, ਭਾਣਾ, ਰਜ਼ਾ ਇਹ ਉਹਦੀ ਸਹਿਜ ਬਿਰਤੀ ਹੈ। ਅਕਾਲ ਪੁਰਖ ਦੀ ਸਹਿਜ ਬਿਰਤੀ ਕੀ? ਭਾਣਾ ਤੇ ਰਜ਼ਾ। ਉਸ ਦੀ ਇੱਛਾ ਦੇ ਵਿੱਚੋਂ ਹੁਕਮ ਪੈਦਾ ਹੁੰਦਾ। ਇਸ ਬਿਰਤੀ ਸਹਿਜ ਦੇ ਵਿੱਚੋਂ ਇੱਛਾ ਪੈਦਾ ਹੋਈ। ਇੱਛਾ ਤੋਂ ਕੀ ਪੈਦਾ ਹੋਇਆ? ਹੁਕਮ ਪੈਦਾ ਹੋਇਆ। ਇੱਛਾ ਤੋਂ ਬਿਨਾਂ ਹੁਕਮ ਨਹੀਂ ਪੈਦਾ ਹੁੰਦਾ। ਸਾਹਿਬ ਜੀ ਫਰਮਾਉਂਦੇ ਕਿ ਬੰਦਾ ਦੁਖੀ ਕਦੋਂ ਹੈ? ਜਬ ਲਗ ਹੁਕਮ ਨਾ ਬੂਝਤਾ ਤਬ ਹੀ ਲੋ ਦੁਖੀਆ। ਬੰਦਾ ਹੁਕਮ ਨੂੰ ਨਹੀਂ ਜਾਣਦਾ। ਦਸ਼ਮੇਸ਼ ਪਿਤਾ ਸਾਹਿਬ ਜੀ ਨੇ, ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਹੁਕਮ ਮੰਨ ਕੇ ਵਿਖਾਇਆ। ਹੁਕਮ ਮੰਨੀ ਦਾ ਕਿਵੇਂ ਹੈ? ਕਿਵੇਂ ਮੰਨਿਆ ਹੁਕਮ? ਸਾਹਿਬ ਜੀ ਕਟਵਾ ਕੇ ਪਿਸਰ ਚਾਰ ਏਕ ਆਂਸੂ ਨਾ ਗਿਰਾਇਆ। ਸਾਹਿਬ ਜੀ ਚਾਰੇ ਪੁੱਤਰ ਆਪ ਜੀ ਦੇ ਕੁਰਬਾਨ ਹੋ ਗਏ। ਮਹਾਰਾਜ ਜੀ ਆਪ ਜੀ ਦੀ ਅੱਖ ਸੇਜਲ ਨਾ ਹੋਈ। ਹੁਕਮ ਮੰਨਿਆ ਸਾਹਿਬ ਜੀ ਨੇ ਕਿ ਜੋ ਕੁਝ ਪ੍ਰਭੂ ਨੂੰ ਚੰਗਾ ਲੱਗਦਾ, ਅਕਾਲ ਪੁਰਖ ਨੂੰ ਚੰਗਾ ਲੱਗਦਾ ਹੈ, ਉਹ ਸਾਰਾ ਪ੍ਰਵਾਨ ਹੈ। ਸਤਿਗੁਰੂ ਪਾਤਸ਼ਾਹ ਜੀ ਅੱਜ ਸਾਨੂੰ ਇਸ ਤਰ੍ਹਾਂ ਸਮਝਾਉਂਦੇ, ਸਦਾ ਸਦਾ ਹਰਿ ਕੀ ਸਰਣਾਈ, ਪ੍ਰਭ ਬਿਨ ਨਾਹੀ ਆਨ ਬੀਆ। ਆਨ ਬੀਆ, ਬੀਆ ਦਾ ਅਰਥ ਹੁੰਦਾ ਦੂਜਾ, ਦੂਜਾ ਆਸਰਾ। ਸਦਾ ਸਦਾ ਦਾਤਿਆ ਤੁਹਾਡੇ ਚਰਨਾਂ ਚ ਹਾਂ। ਇਹ ਦਾਤਿਆ ਤੁਹਾਡੇ ਤੋਂ ਬਿਨਾਂ ਸਾਡੀ ਜ਼ਿੰਦਗੀ ਦਾ ਦੂਜਾ ਕੋਈ ਆਸਰਾ ਹੀ ਨਹੀਂ। ਤੁਹਾਡੇ ਤੋਂ ਬਿਨਾਂ ਸਾਡਾ ਕੋਈ ਆਸਰਾ ਨਹੀਂ। ਤੁਸੀਂ ਸਾਡੇ ਕੀ ਹੋ? ਸਹਾਰੇ ਹੋ। ਐਸੇ ਪ੍ਰਭੂ ਦੇ ਚਰਨਾਂ 'ਚ ਆਇਆ ਜਿਹਨੇ ਉਹਦਾ ਆਸਰਾ ਤੱਕ ਲਿਆ। ਆਪਾਂ ਬਚਨ ਪੜ੍ਹਦੇ ਹਾਂ,
ਸਾਰਿਆਂ ਨੂੰ ਕੰਠ ਹੋਣਗੇ, ਜਾ ਤੂੰ ਮੇਰਾ ਵੱਲ ਹੈ ਤਾਂ ਕਿਆ ਮੋਛੰਦਾ ਦੀਨਗੀ। ਸਾਹਿਬ ਜੀ ਮੇਰੇ ਵੱਲ ਹੋ ਗਏ, ਮੈਨੂੰ ਕਾਹਦੀ ਅਧੀਨਗੀ? ਤੁਧ ਸਭ ਕਿਛ ਮੈਨੂੰ ਸੌਂਪਿਆ ਜਾ, ਤੇਰਾ ਬੰਦਾ ਦਾਤਿਆ, ਤੁਹਾਡੇ ਬੰਦੇ ਬਣ ਗਏ ਤੁਸੀਂ, ਸਾਰਾ ਕੁਝ ਸਾਨੂੰ ਸੌਂਪ ਦਿੱਤਾ। ਬੜੇ ਮਹਾਨ ਹੋ ਤੁਸੀਂ, ਬੜੇ ਵੱਡੇ ਹੋ, ਬੜੇ ਮਹਾਨ ਹੋ। ਰਹਾਉ ਪੁੱਤ ਕਲਤਰ ਲਖਮੀ ਦੀਸੈ, ਇਨ ਮਹਿ ਕਿਛੂ ਨਾ ਸੰਗ ਲਿਆ। ਇਹ ਸੀ ਰਹਾਉ ਬੰਦ। ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ਾਂ ਕਰਦੇ, ਧੀਆਂ ਪੁੱਤਰ ਲਖਮੀ ਮਾਇਆ। ਇਹ ਦੱਸ ਕਦੇ ਨਾਲ ਜਾਂਦੀ ਕਿਸੇ ਦੇ? ਇਹ ਜਿਤਨਾ ਪਸਾਰਾ ਹੈ ਕਦੇ ਨਾਲ ਜਾਂਦਾ ਕਿਸੇ ਦੇ? ਪਰ ਬੰਦਾ ਬੜੇ ਯਤਨ ਕਰਦਾ ਹੈ ਕਿ ਕਿਵੇਂ ਨਾ ਕਿਵੇਂ ਬਸ ਧਨ ਇਹ ਮਾਇਆ ਜਿਵੇਂ ਮਰਜ਼ੀ ਕਰਕੇ ਆ ਜਾਵੇ। ਬਾਹੂ ਪਰਪੰਚ ਕਰ ਪਰ ਧਨ ਲਿਆਵੇ, ਸੁਤ ਦਾਰਾ ਪਹਿ ਆਨ ਲੁਟਾਵੇ। ਬੜੇ ਯਤਨ ਕਰਦਾ ਹੈ। ਕਹਿਤ ਕਬੀਰ ਸੁਨੋ ਰੇ ਸੰਤੋ, ਅਨ ਧਨ ਕਛੁਐ ਲੈ ਨਾ ਗਿਓ। ਹੇ ਗੁਰਮੁਖੋ ਸੁਣੋ, ਕੋਈ ਇਹ ਧਨ ਮਾਇਆ ਪਰਿਵਾਰ ਨਾਲ ਲੈ ਕੇ ਜਾਂਦਾ। ਆਈ ਤਲਬ ਗੋਪਾਲ ਰਾਈ ਕੀ। ਰੱਬ ਦਾ ਜਦੋਂ ਵਾਹਿਗੁਰੂ ਪਰਮੇਸ਼ਰ ਦਾ ਹੁਕਮ ਆ ਗਿਆ, ਮਾਇਆ ਮੰਦਰ ਛੋੜ ਗਿਓ। ਸਾਰੇ ਮਾਇਆ ਦੇ ਪਸਾਰੇ ਇੱਕ ਦਿਨ ਇਹਨੂੰ ਛੱਡਣੇ ਪੈਂਦੇ। ਸਾਹਿਬ ਜੀ ਸਮਝਾਉਂਦੇ, ਚੇਤਾ ਰੱਖ, ਇਹ ਜਿਤਨਾ ਵੀ ਮਾਇਆ ਦਾ ਪਸਾਰਾ ਦਿਸਦਾ ਹੈ, ਇਹ ਕਿਸੇ ਦੇ ਨਾਲ ਨਹੀਂ ਜਾਂਦਾ। ਬਿਖੈ ਠਗੌਰੀ ਖਾਏ ਭੁਲਾਨਾ, ਮਾਇਆ ਮੰਦਰ ਤਿਆਗ ਗਿਆ। ਬਿਖੈ ਠਗੌਰੀ, ਬਿਖੈ ਦਾ ਅਰਥ ਹੁੰਦਾ ਹੈ ਵਿਕਾਰ। ਠਗੌਰੀ ਲੁਭਾਉਣ ਵਾਲੀ, ਭਰਮਾਉਣ ਵਾਲੀ, ਫਸਾਉਣ ਵਾਲੀ। ਇਹ ਭਾਈ ਤੂੰ ਵਿਸ਼ੇ ਵਕਾਰਾਂ ਦੀ ਇਹ ਬੂਟੀ ਖਾ ਲੈਂਦਾ ਹੈ, ਭੁੱਲ ਜਾਂਦਾ ਪਰਮੇਸ਼ਰ ਨੂੰ, ਅਕਾਲ ਪੁਰਖ ਨੂੰ। ਭੁੱਲ ਜਾਂਦਾ ਹੈ ਕਿ ਇੱਕ ਦਿਨ ਮਾਇਆ ਮੰਦਰ ਤਿਆਗ ਗਿਆ, ਇੱਕ ਦਿਨ ਛੱਡਣਾ ਵੀ ਹੈ। ਇਸ ਸੰਸਾਰ ਤੋਂ ਜਾਣਾ ਵੀ ਹੈ, ਬੰਦਾ ਭੁੱਲ ਜਾਂਦਾ। ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਫਰਮਾਉਂਦੇ ਜ਼ਫਰਨਾਮੇ ਵਿੱਚ, ਬਬੀ ਗਰਦਸ਼ ਬੇਵਫਾਏ ਜ਼ਮਾ, ਕਿ ਚੇਤਾ ਰੱਖੋ ਮੌਤ ਦਾ ਜਿਹੜਾ ਚੱਕਰ ਹੈ ਸਾਰਿਆਂ ਦੇ ਸਿਰਾਂ ਤੇ ਚੱਲ ਰਿਹਾ ਹੈ। ਇੱਕ ਦਿਨ ਮੌਤ ਜ਼ਰੂਰ ਆਉਣੀ ਹੈ, ਜਾਣਾ ਜ਼ਰੂਰ ਹੈ। ਬਾਦਸ਼ਾਹ ਭੁੱਲ ਗਿਆ ਤੂੰ ਮਰਨਾ ਹੈ। ਸ਼ਹੀਦਾਂ ਦੇ ਦਿਹਾੜੇ ਮਨਾ ਰਹੇ ਹਾਂ, ਸਾਹਿਬਜ਼ਾਦਿਆਂ ਦੇ। ਭੁੱਲ ਗਿਆ ਹੈ ਮਰਨਾ ਹੈ। ਸਾਹਿਬ ਜੀ ਸਮਝਾਉਂਦੇ ਸੰਸਾਰ ਤੋਂ ਜਾਣਾ ਹੈ, ਪਰ ਵਿਸ਼ੇ ਵਕਾਰਾਂ ਦੀ ਐਸੀ ਠੱਗ ਬੂਟੀਏ ਨੇ ਖਾਧੀ, ਇਹ ਭੁੱਲ ਗਿਆ ਕਿ ਮਰਨਾ ਵੀ ਹੈ। ਇੱਕ ਦਿਨ ਛੱਡ ਕੇ ਸਾਰਾ ਕੁਝ ਸੰਸਾਰ ਤੋਂ ਚਲਿਆ ਜਾਂਦਾ। ਸਤਿਗੁਰ ਪਾਤਸ਼ਾਹ ਜੀ ਸਾਨੂੰ ਗੁਰਬਾਣੀ ਵਿੱਚ ਸਮਝਾਉਂਦੇ ਕਿ ਭਾਈ ਇਹ ਸੰਸਾਰ ਹੈ ਜਿਹੜਾ ਪੈਦਾ ਹੋਇਆ ਹੈ। ਸ਼ਲੋਕ ਸਹਿਸਕ੍ਰਿਤੀ ਦੇ ਬੜੇ ਪਿਆਰੇ ਬਚਨ, ਜਨਮੰ ਤਾਂ ਮਰਣੰ ਹਰਖੰ ਤਾਂ ਸ਼ੋਗੰ ਭੋਗੰ ਤਾਂ ਰੋਗੰ, ਕਿ ਜਿਹੜਾ ਪੈਦਾ ਹੋਇਆ ਹੈ ਇੱਕ ਦਿਨ ਮਰਨਾ ਜ਼ਰੂਰ ਹੈ। ਇਹ ਤਾਂ ਨਹੀਂ ਨਾ ਮਰਨਾ ਨਹੀਂ, ਮਰਨਾ ਤੇ ਸਾਰਿਆਂ ਨੇ ਹੈ। ਸਾਹਿਬ ਜੀ ਸਮਝਾਉਂਦੇ ਉਹਦੇ ਗੁਣਾਂ ਨੂੰ ਗਾ, ਉਹਦੀ ਇਬਾਦਤ ਕਰ, ਕਿਉਂਕਿ ਇੱਕ ਦਿਨ ਮਾਇਆ ਮੰਦਰ ਤਿਆਗ ਗਿਆ, ਇਸ ਸੰਸਾਰ ਨੂੰ ਛੱਡਣਾ ਹੈ। ਨਿੰਦਾ ਕਰ ਕਰ ਬਹੁਤ ਵਿਗੂਤਾ, ਗਰਭ ਜੋਨ ਮਹਿ ਕਿਰਤ ਪਿਆ। ਨਿੰਦਿਆ ਕਰ ਕਰਕੇ ਵਿਗੂਤਾ ਦਾ ਅਰਥ ਹੁੰਦਾ ਖਵਾਰ ਹੋਣਾ। ਨਿੰਦਿਆ ਕਰ ਕਰਕੇ ਕੀ ਹੋ ਰਿਹਾ? ਖਵਾਰ ਹੋ ਰਿਹਾ। ਇਹ ਨਹੀਂ ਜਾਣਦਾ, ਭੁੱਲ ਗਿਆ
ਕਿ ਮੈਂ ਇੱਕ ਦਿਨ ਮਰਨਾ ਹੈ, ਵਾਰ-ਵਾਰ ਜੰਮਦਾ ਮਰਦਾ ਰਹਿੰਦਾ ਹੈ। ਕਿਉਂ? ਨਿੰਦਿਆ ਕਰ ਕਰਕੇ ਨਿੰਦਿਆ ਬੜੀ ਕਰਦਾ। ਅੱਜ ਕੱਲ੍ਹ ਤੇ ਕੰਮ ਹੀ ਬੜਾ ਸੌਖਾ ਹੋ ਗਿਆ, ਜਿੱਥੇ ਮੀਡੀਆ ਦੇ ਬੜੇ ਫਾਇਦੇ, ਉੱਥੇ ਵੀ ਨੁਕਸਾਨ। ਜਿਹਦਾ ਮਨ ਕਰਦਾ ਜੋ ਮਰਜ਼ੀ ਬੋਲ ਜਾਂਦਾ। ਜ਼ਿਆਦਾਤਰ ਤੇ ਲੋਕਾਂ ਨੇ ਸਾਧਨ ਬਣਾ ਲਿਆ ਕਿ ਕੋਈ ਕਿਤੇ ਪਬਲਿਕਸਿਟੀ ਇਹ ਖੱਟਣੀ ਹੈ, ਕਿਸੇ ਨੂੰ ਨਾਮਵਰ ਨੂੰ ਮਾੜਾ ਕਹਿ ਦਿਓ, ਕੋਈ ਦੂਸ਼ਣ ਲਾ ਦਿਓ। ਜੇ ਉਹ 68 ਤੀਰਥ ਨਹਾਵੈ, 68 ਤੀਰਥਾਂ ਤੇ ਇਸ਼ਨਾਨ ਕਰ, ਜਿੰਨੇ ਮਰਜ਼ੀ ਕਰੀ ਚੱਲ, ਜਿੰਨੇ ਮਰਜ਼ੀ ਕਰੀ ਚੱਲ। ਜੇ ਉਹ ਦੁਆ ਦੇ ਸਿਲਾ ਪੁਜਾਵੈ, ਭਾਵੇਂ ਜੋ ਮਰਜ਼ੀ ਕਰੀ ਚੱਲ। ਜੇ ਉਹ ਕੂਪ ਤਟਾ ਦੇ ਵਾਵੈ, ਭਾਵੇਂ ਖੂਹ ਲਾ ਦੇ, ਭਾਵੇਂ ਸਿਲਾ ਨੂੰ ਪੂਜੀ ਜਾ, ਖੂਹ ਬਣਵਾ, ਸਰਾਵਾਂ ਬਣਾ, ਕਰੈ ਨਿੰਦ ਸ਼ਾਬ ਬਿਰਥਾ ਜਾਵੈ। ਅਗਰ ਨਿੰਦਿਆ ਕਰਦਾ ਸੱਚ ਜਾਣੀ ਸਾਰਾ ਕੁਝ ਵਿਅਰਥ। ਸਾਹਿਬ ਜੀ ਇਹ ਸਮਝਾਉਂਦੇ, ਪੁਰਬ ਕਮਾਣੇ ਛੋਡੇ ਨਾਹੀ, ਜਮਦੂਤ ਗਰਸਿਓ ਮਹਾ ਪਿਆ। ਆਪਣੇ ਪੂਰਬਲੇ ਸੰਸਕਾਰਾਂ ਮੁਤਾਬਕ ਇਹ ਮੌਤ ਦੇ ਜਮਦੂਤਾਂ ਦੇ ਵਸ ਪਿਆ ਰਹਿੰਦਾ। ਹਮੇਸ਼ਾ ਇਹ ਆਪਣੇ ਪੂਰਬਲੇ ਸੰਸਕਾਰਾਂ ਮੁਤਾਬਕ ਕਰਮ ਕਰਦਾ ਹੈ। ਬੋਲੇ ਝੂਠ ਕਮਾਵੇ ਅਵਰਾ, ਤ੍ਰਿਸ਼ਨ ਨ ਬੂਝੈ ਬਹੁਤ ਹਯਾ। ਝੂਠ ਬੋਲਦਾ ਤ੍ਰਿਸ਼ਨਾ ਦੇ ਅਧੀਨ ਹੈ। ਹਯਾ ਦਾ ਅਰਥ ਹੁੰਦਾ ਹਾਏ ਹਾਏ ਕਰਦਾ। ਤ੍ਰਿਸ਼ਨਾ ਦੇ ਅਧੀਨ ਇਹ ਹਾਏ ਹਾਏ ਕਰਦਾ ਹੈ। ਅਸਾਧ ਰੋਗ ਉਪਜਿਆ ਸੰਤ ਦੁਖਨ, ਦੇਹ ਬਿਨਾਸੀ ਮਹਾ ਖਇਆ। ਅਸਾਧ ਦਾ ਅਰਥ ਹੁੰਦਾ ਨਾ ਠੀਕ ਹੋਣ ਵਾਲਾ, ਨਾ ਜਿਹੜਾ ਸਾਧਿਆ ਜਾਣ ਵਾਲਾ। ਇਹਦੇ ਅੰਦਰ ਰੋਗ ਪੈਦਾ ਹੋ ਗਿਆ। ਕਾਰਨ ਕੀ? ਕਿਉਂਕਿ ਇਹ ਰੱਬ ਦੇ ਪਿਆਰਿਆਂ ਦੀ ਨਿੰਦਿਆ ਕਰਦਾ ਹੈ, ਉਹਨਾਂ ਨੂੰ ਦਿਖਾਉਂਦਾ ਹੈ। ਸੰਤ ਕਾ ਨਿੰਦਕ ਇਉਂ ਬਿਲ ਲਾਏ, ਕਿਉਂ ਜਲ ਵੀ ਹੋਣ ਮਛਲੀ ਤੜਫੜਾਏ। ਸਾਹਿਬ ਜੀ ਫਰਮਾਉਂਦੇ ਸੰਤਾਂ ਦੀ ਨਿੰਦਿਆ ਕਰਦਾ ਹੈ। ਜਿਨਹਿ ਨਿਵਾਜੇ ਤਿਨਹੀ ਸਾਜੇ, ਆਪੇ ਕੀਨੇ ਸੰਤ ਜਇਆ। ਜਿਸ ਅਕਾਲ ਪੁਰਖ ਨੇ ਆਪਣੇ ਪਿਆਰਿਆਂ ਨੂੰ ਭੇਜਿਆ ਹੈ, ਉਹਨੇ ਹੀ ਸਵਾਰਿਆ ਹੈ। ਜੈ ਜੈਕਾਰ ਵੀ ਉਹ ਕਰਾਉਂਦਾ। ਆਪਣੇ ਪਿਆਰਿਆਂ ਦੀ ਜੈ ਜੈਕਾਰ ਕੌਣ ਕਰਾਉਂਦਾ? ਪਰਮੇਸ਼ਰ ਕਰਾਉਂਦਾ ਹੈ। ਅਕਾਲ ਪੁਰਖ ਆਪਣੇ ਪਿਆਰਿਆਂ ਦੀ, ਸੰਤਾਂ ਦੀ ਜੈ ਜੈਕਾਰ ਕਰਾਉਂਦਾ ਹੈ। ਨਾਨਕ ਦਾਸ ਕੰਠ ਲਾਏ ਰਾਖੇ, ਕਰ ਕਿਰਪਾ ਪਾਰ ਬ੍ਰਹਮ ਮਇਆ। ਮਇਆ ਦਾ ਅਰਥ ਹੁੰਦਾ ਕਿਰਪਾ। ਹੇ ਦਾਤਿਆ, ਆਪਣੀ ਬਖਸ਼ਿਸ਼ ਕਰਕੇ ਆਪਣੇ ਦਾਸਾਂ ਨੂੰ ਤੁਸੀਂ ਕੰਠ ਨਾਲ ਗਲਣ ਲਾ ਕੇ ਰੱਖਦੇ ਹੋ। ਸਾਹਿਬ ਜੀ ਉਹਨਾਂ ਨੂੰ ਤੱਤੀ ਹਵਾ ਨਹੀਂ ਲੱਗਣ ਦਿੰਦੇ ਆਪਣੇ ਦਾਸਾਂ ਨੂੰ। ਇਹ ਸਨ ਪਾਵਨ ਪਵਿੱਤਰ ਗੁਰੂ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ। ਇਤਨੀਆਂ ਕੁ ਪਾਵਨ ਪਵਿੱਤਰ ਸ਼ਿਰਮੁਖ ਵਾਕਾਂ ਦੀਆਂ ਗੁਰੂ ਸ਼ਬਦ ਦੀਆਂ ਵਿਚਾਰਾਂ ਪ੍ਰਵਾਨ ਕਰਨੀਆਂ। ਪਾਵਨ ਪਵਿੱਤਰ ਗੁਰੂ ਸ਼ਬਦ ਦੀਆਂ ਵਿਚਾਰਾਂ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਹਨ। ਸਤਸੰਗੀ ਜਨ ਅਤੇ ਸਤਿਗੁਰ ਪਾਤਸ਼ਾਹ ਜੀ ਬਖਸ਼ਣ ਯੋਗ ਹਨ। ਬਖਸ਼ ਲੈਣ। ਆਪੇ ਹੀ ਵਿੱਚ ਵਰਤ ਕੇ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਆਪਣੀਆਂ ਸੇਵਾਵਾਂ ਇਸੇ ਤਰ੍ਹਾਂ ਲੈਂਦੇ ਰਹਿਣ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬੇਅੰਤ ਬੇਅੰਤ ਸ਼ੁਕਰਾਨਾ ਜੋ ਸਾਹਿਬ ਜੀ ਨੇ ਇਹ ਸੁਭਾਗਾ ਸਮਾਂ ਬਖਸ਼ਿਆ ਹੈ। ਗੁਰੂ ਘਰ ਦੇ, ਗੁਰੂ ਦਰ ਦੇ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਵਜ਼ੀਰ ਸਿੰਘ ਸਾਹਿਬਾਨ, ਗਿਆਨੀ ਜਗਤਾਰ ਸਿੰਘ ਹੈਡ ਗ੍ਰੰਥੀ ਸਾਹਿਬਾਨ, ਤਹਿ ਦਿਲੋਂ ਧੰਨਵਾਦ ਜੋ ਉਹਨਾਂ ਨੇ ਮਾਣ ਬਖਸ਼ਿਆ ਹੈ। ਸਤਿਗੁਰ ਪਾਤਸ਼ਾਹ ਜੀ ਬਖਸ਼ਿਸ਼ ਕਰਨ, ਇਸੇ ਤਰ੍ਹਾਂ ਸੇਵਾਵਾਂ ਲੈਂਦੇ ਰਹਿਣ। ਸਿੰਘ ਸਾਹਿਬਾਨ ਜੀ ਜਿਨ੍ਹਾਂ ਨੇ ਨਾਲ
ਪਾਵਨ ਪਵਿੱਤਰ ਸ਼ਿਰਮੁਖ ਵਾਕਾਂ ਦੀ ਗੁਰੂ ਸ਼ਬਦ ਦੀਆਂ ਸੇਵਾਵਾਂ ਕੀਤੀਆਂ ਹਨ। ਬੜੀ ਸੁਰੀਲੀ ਇਹਨਾਂ ਦੀ ਆਵਾਜ਼ ਹੈ। ਸੋ ਸਾਹਿਬ ਜੀ ਮਹਿਰਾਮਤਾ ਕਰਨ, ਸਾਰਿਆਂ ਨੂੰ ਆਪਣੇ ਚਰਨ ਕਮਲਾਂ ਨਾਲ ਜੋੜੀ ਰੱਖਣ। ਆਓ ਅਖੀਰਲੀਆਂ ਪੰਕਤੀਆਂ ਨਾਲ ਸਾਂਝ ਬਣਾਈਏ। ਜਿਨ ਹੈ ਨਿਵਾਜੇ ਤਿਨ ਹੀ ਸਾਜੇ, ਆਪੇ ਕੀਨੇ ਸੰਤ ਜਇਆ। ਨਾਨਕ ਦਾਸ ਕੰਠ ਲਾਇ ਰਾਖੇ, ਕਰ ਕਿਰਪਾ ਪਾਰ ਬ੍ਰਹਮ ਮਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।